Dear students, welcome. ਅੱਜ ਪੇਪਰ ਸੈਕਿੰਡ ਸਾਈਕੋਲੋਜੀਕਲ ਪਰਸਪੈਕਟਿਵ ਇਨ ਐਜੂਕੇਸ਼ਨ ਬਾਰੇ ਅਸੀਂ ਪੜਾਂਗੇ। ਆਵਰ ਟੂਡੇਜ਼ ਟੌਪਿਕ ਇਜ਼ ਮੋਟੀਵੇਸ਼ਨ। ਮੋਟੀਵੇਸ਼ਨ ਦੇ ਨਾਲ ਕੀ ਹੁੰਦਾ ਹੈ? ਸਭ ਤੋਂ ਪਹਿਲਾਂ ਅਸੀਂ ਥੋੜੀ ਜਿਹੀ ਇਹਦੇ ਬਾਰੇ ਗੱਲ ਕਰਦੇ ਹਾਂ। ਇੰਡੀਵਿਜੂਅਲ ਦੀ ਗਰੋਥ ਹੁੰਦੀ ਹੈ, ਉਹਦੀਆਂ ਜਿਹੜੀਆਂ ਅਚੀਵਮੈਂਟਸ ਨੇ ਉਹ ਵੱਧ ਜਾਂਦੀਆਂ ਨੇ, ਰਿਸਪੌਂਸਿਬਿਲਿਟੀਜ਼ ਵੱਧ ਜਾਂਦੀਆਂ ਨੇ, ਰਿਕੋਗਨੀਸ਼ਨ ਉਹਨੂੰ ਇੱਕ ਜਿਹੜੀ ਵੱਖਰੀ ਪਛਾਣ ਹੈ ਉਹ ਮਿਲਦੀ ਹੈ, ਕਿਉਂਕਿ ਮੋਟੀਵੇਸ਼ਨ ਦੇ ਨਾਲ ਉਹ ਜਿਸ ਤਰ੍ਹਾਂ ਦਾ ਕੰਮ ਕਰੇਗਾ ਉਹਦੇ ਅਕੋਰਡਿੰਗ ਉਹਨੂੰ ਉਸ ਤਰ੍ਹਾਂ ਦੀ ਪਛਾਣ ਮਿਲੇਗੀ ਤੇ ਸੈਟਿਸਫੈਕਸ਼ਨ ਵੀ ਹੁੰਦੀ ਹੈ। ਜਿਹੜਾ ਮੋਟੀਵੇਸ਼ਨ ਦਾ ਇਫੈਕਟ ਹੈ ਉਹ ਇੰਡੀਵਿਜੂਅਲ ਤੇ ਵੀ ਪੈਂਦਾ ਹੈ ਤੇ ਟੀਮ ਪਰਫਾਰਮੈਂਸ ਦੇ ਉੱਪਰ ਵੀ ਪੈਂਦਾ ਹੈ। ਜੇ ਅਸੀਂ ਕਿਸੇ ਇੰਡੀਵਿਜੂਅਲ ਨੂੰ ਮੋਟੀਵੇਟ ਕਰ ਰਹੇ ਹਾਂ, ਉਹ ਉਹਨੂੰ ਅੱਗੋਂ ਹੋਰ ਕੰਮ ਕਰਨ ਦੇ ਲਈ ਰੈਡੀ ਹੋਏਗਾ, ਤੇ ਜੇਕਰ ਟੀਮ ਪਰਫਾਰਮੈਂਸ ਦੇਖਣੀ ਹੈ, ਅਸੀਂ ਉਹਨਾਂ ਨੂੰ ਮੋਟੀਵੇਟ ਕਰ ਰਹੇ ਹਾਂ, ਤਾਂ ਇਹਦਾ ਇਫੈਕਟ ਵੀ ਪੋਜ਼ਿਟਿਵ ਹੀ ਸਾਹਮਣੇ ਆਏਗਾ। ਹੁਣ ਅਸੀਂ ਗੱਲ ਕਰਾਂਗੇ ਮੀਨਿੰਗ ਆਫ ਮੋਟੀਵੇਸ਼ਨ। ਮੋਟੀਵੇਸ਼ਨ ਦਾ ਮੀਨਿੰਗ ਕੀ ਹੈ? ਮੋਟੀਵੇਸ਼ਨ ਵਰਡ ਇਜ਼ ਡਰਾਈਵਡ ਫਰੋਮ ਦਾ ਵਰਡ ਮੂਵੇਅਰ ਵਿਚ ਮੀਨਸ ਟੂ ਮੂਵ। ਮੋਟੀਵੇਸ਼ਨ ਜਿਹੜਾ ਵਰਡ ਹੈ ਉਹ ਮੂਵੇਅਰ ਸ਼ਬਦ ਤੋਂ ਹੋਣ ਦੇ ਵਿੱਚ ਆਇਆ ਹੈ। ਮੂਵੇਅਰ ਵਰਡ ਦਾ ਜਿਹੜਾ ਮੀਨਿੰਗ ਹੈ ਉਹ ਕੀ ਹੈ? ਮੂਵ, ਟੂ ਮੂਵ। ਟੂ ਮੂਵ ਮੀਨਸ ਅੱਗੇ ਵਧਣਾ। ਹੁਣ ਅਸੀਂ ਇਹਦੀਆਂ ਕੁਝ ਜਿਹੜੀਆਂ ਡੈਫੀਨੇਸ਼ਨਸ ਨੇ ਉਹ ਕਰਾਂਗੇ। ਡੈਫੀਨੇਸ਼ਨ ਤੋਂ ਜੇ ਮੋਟੀਵੇਸ਼ਨ ਵਰਡ ਦਾ ਜਿਹੜਾ ਮੀਨਿੰਗ ਹੈ ਉਹ ਵਧੀਆ ਤਰੀਕੇ ਨਾਲ ਕਲੀਅਰ ਹੋ ਜਾਏਗਾ। ਅਕੋਰਡਿੰਗ ਟੂ ਗਿਲਫੋਰਡ, ਮੋਟੀਵੇਸ਼ਨ ਇਜ਼ ਐਨ ਇੰਟਰਨਲ ਫੈਕਟਰ or condition that tends to innate and sustain activity. ਮੋਟੀਵੇਸ਼ਨ ਇੱਕ ਇਸ ਤਰ੍ਹਾਂ ਦਾ ਇੰਟਰਨਲ ਫੈਕਟਰ ਹੈ, ਮੀਨਸ ਹਰੇਕ ਵਿਅਕਤੀ ਦੇ ਅੰਦਰ ਹੁੰਦਾ ਹੈ, ਜਾਂ ਇਸ ਤਰ੍ਹਾਂ ਦੀ ਇੱਕ ਕੰਡੀਸ਼ਨ ਹੈ ਜਿਹੜੀਆਂ ਇਨੇਟ ਹੁੰਦਾ ਅੰਦਰੂਨੀ, ਜਿਹੜੀਆਂ ਸਾਡੀਆਂ ਅੰਦਰਲੀਆਂ ਸਾਡੀਆਂ ਕੁਆਲਿਟੀਜ਼ ਹੁੰਦੀਆਂ ਨੇ, ਜਿਹੜੀਆਂ ਸਾਡੀਆਂ ਐਕਟੀਵਿਟੀਜ਼ ਹੁੰਦੀਆਂ ਨੇ, ਉਹਨਾਂ ਨੂੰ ਕੰਟੀਨਿਊ ਰੱਖਣ ਦੇ ਵਿੱਚ ਸਾਡੀ ਹੈਲਪ ਕਰਦੀ ਹੈ। ਅਕੋਰਡਿੰਗ ਟੂ ਗੁੱਡ, ਮੋਟੀਵੇਸ਼ਨ ਇਜ਼ ਦਾ ਪ੍ਰੋਸੈਸ to arousing, sustaining and regulating activity. ਮੋਟੀਵੇਸ਼ਨ ਇੱਕ ਇਸ ਤਰ੍ਹਾਂ ਦਾ ਪ੍ਰੋਸੈਸ ਹੈ ਜਿਹੜਾ ਕਿਸੇ ਵੀ ਵਿਅਕਤੀ ਦੇ ਅਰਾਊਜ਼ਿੰਗ ਦਾ ਮੀਨਸ ਹੁੰਦਾ ਇੰਟਰਸਟ, ਕਿਉਰਿਓਸਿਟੀ, ਉਹਨੂੰ ਦੇਰ ਤੱਕ ਕਾਇਮ ਰੱਖਦਾ ਹੈ ਕਿਸ ਤੇ? ਜਿਹੜੀ ਵੀ ਉਹ ਐਕਟੀਵਿਟੀ ਕਰ ਰਿਹਾ ਉਹਨੂੰ ਰੈਗੂਲੇਟ ਕਰਦਾ ਹੈ। ਵਿਊਜ਼ ਆਫ ਲੋਵੈਲ ਅਬਾਊਟ ਮੋਟੀਵੇਸ਼ਨ। ਲੋਵੈਲ ਦੇ ਅਕੋਰਡਿੰਗ ਮੋਟੀਵੇਸ਼ਨ ਕੀ ਹੈ? ਅ ਫਿਜ਼ੀਓਲੋਜੀਕਲ ਔਰ ਇੰਟਰਨਲ ਪ੍ਰੋਸੈਸ ਇਨੀਸ਼ੀਏਟਡ ਬਾਏ ਸਮ ਨੀਡ ਵਿਚ ਲੀਡਸ ਟੂ ਦ ਐਕਟੀਵਿਟੀ ਵਿਚ ਵਿਲ ਸੈਟਿਸਫਾਈ ਦ ਨੀਡ। ਇਹ ਇਸ ਤਰ੍ਹਾਂ ਦਾ ਇੱਕ ਇੰਟਰਨਲ ਪ੍ਰੋਸੈਸ ਹੈ ਜਿਹੜਾ ਕਿ ਕਿਸੇ ਜ਼ਰੂਰਤ ਨੂੰ ਪੂਰਾ ਕਰਨ ਤੋਂ ਪੈਦਾ ਹੁੰਦਾ ਹੈ। ਜਦੋਂ ਸਾਨੂੰ ਕੋਈ ਜ਼ਰੂਰਤ ਹੁੰਦੀ ਹੈ ਅਸੀਂ ਉਹਦੇ ਅਕੋਰਡਿੰਗ ਮੋਟੀਵੇਟ ਹੁੰਦੇ ਹਾਂ, ਅਤੇ ਉਹਦੇ ਅਕੋਰਡਿੰਗ ਅਸੀਂ ਕਿਸੇ ਐਕਟੀਵਿਟੀ ਨੂੰ ਲੀਡ ਕਰਦੇ ਹਾਂ ਅਤੇ ਉਹਦੇ ਨਾਲ ਸਾਡੀ ਜਿਹੜੀ ਜ਼ਰੂਰਤ ਹੈ ਉਹਨੂੰ ਪੂਰਾ ਕਰਦੇ ਹਾਂ। ਹੁਣ ਅਸੀਂ ਗੱਲ ਕਰਾਂਗੇ ਮੋਟੀਵੇਸ਼ਨ ਦੀਆਂ ਕਰੈਕਟਰਿਸਟਿਕਸ ਬਾਰੇ। ਫਿਜ਼ੀਓਲੋਜੀਕਲ ਨੀਡ, ਸਭ ਤੋਂ ਪਹਿਲੀ ਵਿਸ਼ੇਸ਼ਤਾ ਕੀ ਹੈ ਮੋਟੀਵੇਸ਼ਨ ਦੀ? ਸਾਈਕੋਲੋਜੀਕਲ ਨੀਡ। ਮੋਟੀਵੇਸ਼ਨ ਦੀ ਸਭ ਤੋਂ ਪਹਿਲੀ ਵਿਸ਼ੇਸ਼ਤਾ ਕੀ ਹੈ ਕਿ ਇਹ ਇੱਕ ਮਨੋਵਿਗਿਆਨਿਕ ਲੋੜ ਹੈ, ਕਿਉਂਕਿ ਹਰ ਇੱਕ ਨੂੰ ਜਿਹੜੀ ਮੋਟੀਵੇਸ਼ਨ ਉਹਦੀ ਜ਼ਰੂਰਤ ਪੈਂਦੀ ਹੈ। ਨੀਡ, ਮੋਟੀਵੇਸ਼ਨ ਇੱਕ ਜ਼ਰੂਰਤ ਵੀ ਹੈ। ਇਹ ਕਿਸ ਤਰ੍ਹਾਂ ਦੀ ਜ਼ਰੂਰਤ ਹੈ? ਜਿਹੜੀਆਂ ਸਾਡੀਆਂ ਹੋਰ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ। ਐਕਟੀਵਿਟੀ, ਮੋਟੀਵੇਸ਼ਨ ਇੱਕ ਐਕਟੀਵਿਟੀ ਹੈ, ਕਿਰਿਆ ਹੈ। ਸੈਟਿਸਫੈਕਸ਼ਨ, ਮੋਟੀਵੇਸ਼ਨ ਦੇ ਨਾਲ ਬੱਚੇ ਨੂੰ, ਇੰਡੀਵਿਜੂਅਲ ਨੂੰ ਜਿਹੜੀ ਸੈਟਿਸਫੈਕਸ਼ਨ ਹੈ ਉਹ ਮਿਲਦੀ ਹੈ। ਐਗਰਨੈਸ, ਇਹਦੇ ਨਾਲ ਕੁਝ ਕਰਨ ਦੀ ਇੱਛਾ ਪੈਦਾ ਹੁੰਦੀ ਹੈ। ਜਦੋਂ ਅਸੀਂ ਕਿਸੇ ਨੂੰ ਵੀ ਮੋਟੀਵੇਟ ਕਰਦੇ ਹਾਂ ਤਾਂ ਉਹ ਕਿਸੇ ਵੀ ਵਿਅਕਤੀ ਨੂੰ ਕੁਝ ਕੰਮ ਕਰਨ ਦੇ ਲਈ ਪ੍ਰੇਰਿਤ ਕਰਦੀ ਹੈ। ਕੌਨਸੈਂਟਰੇਸ਼ਨ, ਮੋਟੀਵੇਸ਼ਨ ਦੇ ਨਾਲ ਸਾਡਾ ਉਸ ਕੰਮ ਦੇ ਪ੍ਰਤੀ ਧਿਆਨ ਕੇਂਦਰਿਤ ਹੁੰਦਾ ਹੈ ਜਿਸ ਕੰਮ ਨੂੰ ਕਰਨ ਦੇ ਲਈ ਸਾਨੂੰ ਮੋਟੀਵੇਟ ਕੀਤਾ ਜਾਵੇ। ਪਰਸਿਸਟੈਂਸ, ਇਹ ਨਾਲ ਦ੍ਰਿੜਤਾ ਵੀ ਆਉਂਦੀ ਹੈ, ਇਰਾਦਾ ਪੱਕਾ ਵੀ ਬਣਦਾ ਹੈ ਕੰਮ ਨੂੰ ਕਰਨ ਦਾ। ਮੋਟੀਵੇਸ਼ਨ ਇੱਕ ਇਸ ਤਰ੍ਹਾਂ ਦਾ ਆਪਣੇ ਲਈ ਫੈਕਟ ਹੈ, ਕੰਮ ਕਰਦਾ ਹੈ ਕਿ ਸਾਨੂੰ ਕੰਮ ਕਰਨ ਦੇ ਵਿੱਚ ਸਾਡਾ ਇਰਾਦਾ ਇਹ ਪੱਕਾ ਬਣਾਉਂਦੀ ਹੈ। ਐਨਰਜੀ ਮੋਬਿਲਾਈਜੇਸ਼ਨ, ਅਤੇ ਮੋਟੀਵੇਸ਼ਨ ਊਰਜਾ ਦੀ ਚਾਲਕ ਵੀ ਹੈ, ਇਹ ਸਾਨੂੰ ਊਰਜਾ ਪ੍ਰਦਾਨ ਕਰਦੀ ਹੈ, ਐਨਰਜੀ ਦਿੰਦੀ ਹੈ ਮੋਟੀਵੇਸ਼ਨ। ਅਚੀਵਮੈਂਟਸ, ਇਹਦੇ ਨਾਲ ਜਿਹੜੀਆਂ ਅਚੀਵਮੈਂਟਸ ਨੇ ਉਹ ਕਿਸੇ ਵੀ ਇੰਡੀਵਿਜੂਅਲ ਦੀਆਂ, ਬੱਚੇ ਦੀਆਂ, ਉਹ ਪਹਿਲਾਂ ਨਾਲੋਂ ਬੈਸਟ ਹੋ ਜਾਂਦੀਆਂ ਨੇ। ਡਿਫਰ ਫਰੋਮ ਲਰਨਰ ਟੂ ਲਰਨਰ, ਜਿਹੜੇ
ਸਿਖਿਆਰਥੀ ਹੁੰਦੇ ਨੇ, ਜਦੋਂ ਅਸੀਂ ਮੋਟੀਵੇਟ ਕਰਦੇ ਹਾਂ, ਟੀਚਰ ਸਾਰੀ ਕਲਾਸ ਨੂੰ ਮੋਟੀਵੇਟ ਕਰ ਰਿਹਾ ਹੁੰਦਾ, ਬਟ ਕੋਈ ਬੱਚਾ ਮੋਟੀਵੇਟ ਹੁੰਦਾ ਹੈ, ਕੋਈ ਨਹੀਂ ਹੁੰਦਾ। ਇਸ ਕਰਕੇ ਇਹ ਹਰੇਕ ਲਰਨਰ ਦੇ ਵਿੱਚ ਜਿਹੜੀ ਮੋਟੀਵੇਸ਼ਨ ਹੈ ਉਹ ਅਲੱਗ-ਅਲੱਗ ਹੁੰਦੀ ਹੈ। ਅਲੱਗ-ਅਲੱਗ ਤਰੀਕੇ ਦੇ ਨਾਲ ਬੱਚਾ ਉਹਨੂੰ ਅਡੋਪਟ ਕਰਦਾ ਹੈ। ਡਿਫਰ ਫਰੋਮ ਟਾਈਮ ਟੂ ਟਾਈਮ। ਕਿਸੇ ਟਾਈਮ ਅਸੀਂ ਬੱਚੇ ਨੂੰ ਮੋਟੀਵੇਟ ਕਰਦੇ ਹਾਂ ਤਾਂ ਉਹ ਮੋਟੀਵੇਟ ਦੇਖੋ ਨਹੀਂ ਹੁੰਦਾ। ਕਿਸੇ ਟਾਈਮ ਅਸੀਂ ਬੱਚੇ ਨੂੰ ਥੋੜ੍ਹਾ ਜਿਹਾ ਕਹਿੰਦੇ ਹਾਂ ਵੀ ਸ਼ਾਬਾਸ਼, ਤਾਂ ਬੱਚਾ ਪੂਰੀ ਐਨਰਜੀ ਨਾਲ ਉੱਠ ਕੇ ਕੰਮ ਕਰ ਦਿੰਦਾ। ਤਾਂ ਇਹ ਟਾਈਮ ਟੂ ਟਾਈਮ ਵੀ ਡਿਫਰ ਕਰਦੀ ਹੈ ਮੋਟੀਵੇਸ਼ਨ। ਡਿਫਰੈਂਟ ਬਿਹੇਵੀਅਰ ਫਰੋਮ ਸੇਮ ਮੋਟਿਵ। ਇਹਦੇ ਲਈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਹਾਂ ਕਿ ਇੱਕ ਬੱਚਾ ਆਈਸਕ੍ਰੀਮ ਖਾ ਕੇ ਬਹੁਤ ਖੁਸ਼ ਹੁੰਦਾ ਹੈ ਵੀ ਆਈਸਕ੍ਰੀਮ ਉਹਦੀ ਫੇਵਰੇਟ ਹੈ, ਬਟ ਜੇਕਰ ਬੱਚੇ ਦਾ ਮੂਡ ਹੈ, ਠੀਕ ਹੈ ਜੀ, ਤਾਂ ਉਹ ਖਾ ਲਏਗਾ ਫਟਾਫਟ ਤੁਹਾਡੇ ਕਹਿਣ 'ਤੇ, ਠੀਕ ਹੈ ਜੀ, ਖੁਸ਼ ਹੋ ਜਾਏਗਾ। ਬਟ ਜੇਕਰ ਬੱਚਾ ਖੁਸ਼ ਨਹੀਂ ਹੈ, ਅਸੀਂ ਉਹਨੂੰ ਲਾਲਚ ਵੀ ਦਿੰਦੇ ਹਾਂ ਵੀ ਅਸੀਂ ਤੁਹਾਨੂੰ ਇੱਕ ਨਹੀਂ 2 ਆਈਸਕ੍ਰੀਮ ਲੈ ਕੇ ਦੇਵਾਂਗੇ, ਤਾਂ ਬੱਚਾ ਖੁਸ਼ ਨਹੀਂ ਹੋਏਗਾ, ਕਿਉਂਕਿ ਉਹਦੇ ਮੂਡ 'ਤੇ ਡਿਪੈਂਡ ਕਰ ਰਿਹਾ। ਠੀਕ ਹੈ ਜੀ, ਮੋਟਿਵ ਤਾਂ ਸੇਮ ਹੈ ਸਾਡੇ ਕੋਲ, ਆਈਸਕ੍ਰੀਮ ਜੋ ਬੱਚੇ ਦੀ ਫੇਵਰੇਟ ਹੈ, ਬਟ ਬੱਚੇ ਦਾ ਜਿਹੜਾ ਬਿਹੇਵੀਅਰ ਹੈ ਦੋਨੋਂ ਵਾਰ ਅਲੱਗ-ਅਲੱਗ ਹੋਏਗਾ। ਸੇਮ ਬਿਹੇਵੀਅਰ ਫਰੋਮ ਡਿਫਰੈਂਟ ਮੋਟਿਵਸ। ਕਈ ਵਾਰ ਬੱਚੇ ਦਾ ਜਿਹੜਾ ਬਿਹੇਵੀਅਰ ਉਹ ਸੇਮ ਹੁੰਦਾ ਜੇ ਸਾਡੇ ਕੋਲ ਮੋਟਿਵ ਅਲੱਗ-ਅਲੱਗ ਹੋਣ। ਹੁਣ ਜਿਵੇਂ ਕਿ ਸਾਡੇ ਕੋਲ ਚਾਕਲੇਟ ਵੀ ਹੋ ਸਕਦੀ ਹੈ, ਆਈਸਕ੍ਰੀਮ ਵੀ ਹੋ ਸਕਦੀ ਹੈ। ਅਸੀਂ ਬੱਚੇ ਨੂੰ ਕੋਈ ਵੀ ਚੀਜ਼ ਆਫਰ ਕਰੀਏ, ਬਟ ਜਿਹੜਾ ਬੱਚਾ ਹੈ ਉਹਦਾ ਬਿਹੇਵੀਅਰ ਸੇਮ ਹੋਏਗਾ। ਬੱਚਾ ਕੰਮ ਕਰਨ ਦੇ ਲਈ ਮੋਟੀਵੇਟ ਜ਼ਰੂਰ ਹੋਏਗਾ, ਕਿਉਂਕਿ ਬੱਚਾ ਸੋਚੇਗਾ ਕਿ ਮੈਨੂੰ ਕੋਈ ਚੀਜ਼ ਜ਼ਰੂਰ ਮਿਲ ਰਹੀ ਹੈ। ਕੰਟੀਨਿਊਅਸ ਪ੍ਰੋਸੈਸ। ਮੋਟੀਵੇਸ਼ਨ ਇੱਕ ਕੰਟੀਨਿਊਅਸ ਪ੍ਰੋਸੈਸ ਹੈ, ਕਿਉਂਕਿ ਕੰਟੀਨਿਊਟੀ ਦੇ ਵਿੱਚ ਚੱਲਦਾ ਰਹਿੰਦਾ। ਜਦੋਂ ਅਸੀਂ ਅੱਜ ਮੋਟੀਵੇਟ ਹੋਣ ਤੋਂ ਬਾਅਦ ਇੱਕ ਕੰਮ ਕਰਨਾ ਸ਼ੁਰੂ ਕੀਤਾ ਤਾਂ ਸਾਨੂੰ ਉਸ ਕੰਮ ਤੋਂ ਵੀ ਮੋਟੀਵੇਸ਼ਨ ਮਿਲਦੀ ਹੈ ਅਤੇ ਅਸੀਂ ਅੱਗੋਂ ਹੋਰ ਕੰਮ ਕਰਦੇ ਹਾਂ। ਇਸ ਤਰੀਕੇ ਨਾਲ ਹੀ ਬੱਚੇ ਨੂੰ ਸਟੱਡੀ ਦੇ ਵਿੱਚ ਹੁੰਦਾ ਹੈ। ਬੱਚਾ ਅੱਜ ਮਾਰਕਸ ਜ਼ਿਆਦਾ ਲੈ ਰਿਹਾ, ਉਹਨੂੰ ਮੋਟੀਵੇਸ਼ਨ ਮਿਲਦੀ ਹੈ ਕਿ ਹਾਂ ਮੈਂ ਮਿਹਨਤ ਕੀਤੀ ਸੀ, ਮੈਨੂੰ ਨੰਬਰ ਅੱਛੇ ਮਿਲੇ ਨੇ, ਅਤੇ ਨੈਕਸਟ ਟਾਈਮ ਤੋਂ ਬੱਚਾ ਹੋਰ ਮਿਹਨਤ ਕਰੇਗਾ। ਇਸ ਕਰਕੇ ਮੋਟੀਵੇਸ਼ਨ ਇਜ਼ ਅ ਕੰਟੀਨਿਊਅਸ ਪ੍ਰੋਸੈਸ। ਇੰਟਰੈਕਟ ਵਿਦ ਦਾ ਇਨਵਾਇਰਮੈਂਟ। ਜਦੋਂ ਬੱਚੇ ਨੂੰ ਮੋਟੀਵੇਸ਼ਨ ਮਿਲ ਜਾਂਦੀ ਹੈ ਤਾਂ ਬੱਚਾ ਇਨਵਾਇਰਮੈਂਟ ਦੇ ਨਾਲ ਅੰਤਰ ਕਿਰਿਆ ਕਰਦਾ ਹੈ, ਇਨਵਾਇਰਮੈਂਟ ਦੇ ਨਾਲ ਇੰਟਰੈਕਟ ਕਰਦਾ ਹੈ। ਗੋਲ ਡਾਇਰੈਕਟਡ ਬਿਹੇਵੀਅਰ। ਜਦੋਂ ਬੱਚੇ ਦੇ ਸਾਹਮਣੇ ਉਹਨੂੰ ਮੋਟੀਵੇਟ ਕਰਨ ਤੋਂ ਬਾਅਦ ਜੋ ਵੀ ਉਹਦੇ ਸਾਹਮਣੇ ਗੋਲ ਹੁੰਦਾ ਹੈ, ਜਿਹੜਾ ਉਹਨੇ ਅਚੀਵ ਕਰਨਾ ਹੁੰਦਾ ਹੈ, ਤਾਂ ਬੱਚਾ ਉਹਦੇ ਅਕੋਰਡਿੰਗ ਹੀ ਬਿਹੇਵ ਕਰਦਾ ਹੈ। ਡੀਅਰ ਸਟੂਡੈਂਟਸ, ਅੱਜ ਦੇ ਲਈ ਸਿਰਫ ਇੰਨਾ ਹੀ ਟੌਪਿਕ। ਅਤੇ ਜੇ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਓ। ਥੈਂਕਸ ਫॉर ਵਾਚਿੰਗ।